बीजेपी ਦੇ ਨਾਲ ਗਠਜੋੜ ਦੀਆਂ ਚਰਚਾਵਾਂ ਦੇ ਵਿਚਾਲੇ ਅਕਾਲੀ ਦਲ ਦਾ ਬਿਆਨ ਕਿਹਾ ਮੀਡੀਆ ਤੱਕ ਸੀਮਿਤ ਨੇ ਗਠਜੋੜ ਦੀਆਂ ਚਰਚਾਵਾਂ ਸਾਡਾ ਬਸਪਾ ਨਾਲ ਗਠਜੋੜ ਕਿਸੇ ਹੋਰ ਨਾਲ ਗਠਜੋੜ ਦੀ ਨਹੀਂ ਚੱਲ ਰਹੀ ਕੋਈ ਗੱਲ। ਅਕਾਲੀ ਦਲ ਦੇ ਨਾਲ ਗਠਜੋੜ ਦੀ ਚਰਚਾ ਤੇ ਪੰਜਾਬ ਬੀਜੇਪੀ ਇੰਚਾਰਜ ਵਿਜੇ ਰੂਪਾਨੀ ਦਾ ਵੱਡਾ ਬਿਆਨ ਕਿਹਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਇਕੱਲਿਆਂ ਚੋਣ ਲੜੇਗੀ ਬੀਜੇਪੀ ਜਾਖੜ ਦੀ ਅਗਵਾਈ ਦੇ ਵਿੱਚ ਪਾਰਟੀ ਲੜੇਗੀ ਇਲੈਕਸ਼ਨ। ਅਕਾਲੀ ਦਲ ਬੀਜੇਪੀ ਗਠਜੋੜ ਦੇ ਚਰਚਿਆਂ ਦੇ ਵਿਚਾਲੇ ਸੀਐਮ ਮਾਨ ਦਾ ਤੰਜ ਬੋਲੇ ਜੋ ਹਾਰ ਗਏ ਉਹ ਕਰ ਰਹੇ ਨੇ ਜੋੜ ਤੋੜ ਕੁਰਸੀ ਲਈ ਚੱਲ ਰਹੀਆਂ ਨੇ ਕੋਸ਼ਿਸ਼ਾਂ। ਮਾਨ ਸਰਕਾਰ ਦੇ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਨਾਲ 3 MOU ਸਾਈਨ ਸੀਐਮ ਬੋਲੇ ਕੈਂਸਰ ਦੇ ਖਿਲਾਫ ਮਿਲ ਕੇ ਲੜਾਂਗੇ ਲੜਾਈ ਕੈਂਸਰ ਦੀ ਜਾਂਚ ਦੇ ਲਈ ਚਲਾਵਾਂਗੇ ਮੋਬਾਈਲ ਵੈਨਸ ਮਰੀਜ਼ਾਂ ਦੇ ਇਲਾਜ ਦੇ ਲਈ ਸਰਕਾਰ ਪੈਸੇ ਪੱਖੋਂ ਨਹੀਂ ਕੁੱਟੇਗੀ ਹੱਥ। ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨਵ ਨਿਯੁਕਤ 252 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਸੀਐਮ ਬੋਲੇ ਹੁਣ ਬਿਨਾਂ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਦੇ ਉੱਤੇ ਮਿਲ ਰਹੀਆਂ ਨੇ ਨੌਕਰੀਆਂ ਪੰਜਾਬ 'ਚ ਖੋਲਾਂਗੇ 8 UPSC ਕੋਚਿੰਗ ਸੈਂਟਰ ਫ੍ਰੀ ਦੇ ਵਿੱਚ ਮਿਲੇਗੀ ਕੋਚਿੰਗ। ਹਰਿਆਣਾ ਸਰਕਾਰ ਦਾ ਐਲਾਨ ਅਣਵਿਆਹਿਆਂ ਨੂੰ ਮਿਲੇਗੀ ਪੈਨਸ਼ਨ 45 ਤੋਂ 60 ਸਾਲ ਦੇ ਲੋਕਾਂ ਨੂੰ ਹਰ ਮਹੀਨੇ ਮਿਲਣਗੇ 2750 ਰੁਪਏ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਹਰਿਆਣਾ। ਨਵੀਂ ਵਿਧਾਨ ਸਭਾ ਇਮਾਰਤ ਨੂੰ ਲੈ ਕੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਦਾ ਵੱਡਾ ਬਿਆਨ ਕਿਹਾ ਨਵੀਂ ਬਿਲਡਿੰਗ ਦੇ ਲਈ ਜ਼ਮੀਨ ਫਾਈਨਲ ਤਕਨੀਕੀ ਕਾਰਨਾਂ ਕਰਕੇ ਜੰਗਲਾਤ ਵਿਭਾਗ ਦੇ ਕੋਲ ਕਲੀਅਰ ਹੋਣ ਦੇ ਲਈ ਗਈ ਹੈ ਫਾਈਲ ਉਮੀਦ ਹੈ ਜਲਦੀ ਹੀ ਮਿਲੇਗੀ ਮਨਜ਼ੂਰੀ। ਇਸਰੋ ਨੇ ਚੰਦਰਯਾਨ 3 ਦੀ ਲਾਂਚਿੰਗ ਦੀ ਤਾਰੀਖ ਦਾ ਕੀਤਾ ਐਲਾਨ 14 ਜੁਲਾਈ ਨੂੰ ਦੁਪਹਿਰ 2:35 ਦੇ ਉੱਤੇ ਲਾਂਚ ਹੋਵੇਗਾ ਚੰਦਰਯਾਨ 3। ਚੰਡੀਗੜ੍ਹ ਤੋਂ ਕਸੌਲੀ ਜਾਣ ਵਾਲਿਆਂ ਨੂੰ ਹੋ ਸਕਦੀ ਹੈ ਮੁਸ਼ਕਿਲ ਪਹਾੜਾਂ ਤੋਂ ਮਲਬਾ ਡਿੱਗਣ ਕਰਕੇ ਧਰਮਪੁਰ ਕਸੌਲੀ ਰੋਡ ਹੋਈ ਬੰਦ ਰਾਹ ਖੁੱਲਣ ਦੇ ਵਿੱਚ ਲੱਗ ਸਕਦੇ ਨੇ ਕਈ ਦਿਨ ਸਿਰਫ ਸੁੱਖੀ ਜੋੜੀ ਤੋਂ ਹੀ ਜਾ ਸਕਦੀਆਂ ਨੇ ਗੱਡੀਆਂ। ਕੈਨੇਡਾ ਜਾਣਗੇ ਅੰਮ੍ਰਿਤਸਰ ਦੇ 2 ਕੁੱਤੇ ਲਿਲੀ ਤੇ ਡੇਜ਼ੀ 15 ਜੁਲਾਈ ਨੂੰ ਕੈਨੇਡਾ ਦੇ ਲਈ ਭਰਨਗੇ ਉਡਾਨ ਬਿਜ਼ਨਸ ਕਲਾਸ ਦੇ ਵਿੱਚ ਕਰਨਗੇ ਸਫ਼ਰ ਕਾਗਜ਼ੀ ਕਾਰਵਾਈ ਹੋਈ ਹੈ ਪੂਰੀ। ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਵਿਦੇਸ਼ਾਂ ਦੇ ਵਿੱਚ ਹੋ ਰਹੀਆਂ ਖਾਲਿਸਤਾਨੀ ਸਰਗਰਮੀਆਂ ਨੂੰ ਲੈ ਕੇ ਭਾਰਤ ਦੀ ਸਰਕਾਰ ਸਖਤ ਲਹਿਜ਼ੇ ਦੇ ਵਿੱਚ ਚੇਤਾਵਨੀ ਦੇਵੇ ਕਿ ਇਹ ਠੀਕ ਤੁਹਾਡੇ ਦੇਸ਼ ਦੇ ਵਿੱਚ ਨਹੀਂ ਹੋ ਰਿਹਾ ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਖਾਲਿਸਤਾਨੀ ਪੋਸਟਰਾਂ ਦੇ ਵਿੱਚ ਭਾਰਤੀ ਸਫੀਰਾਂ ਰਾਜਨੀਕਾਂ ਦੇ ਨਾਮ ਦੇ ਮੁੱਦੇ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਵੱਲੋਂ ਸਖਤ ਪ੍ਰਤੀਕਰਮ ਦਿੱਤਾ ਗਿਆ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਮੁੱਦਾ नागरिक दी स्वतंत्रता का नहीं बल्कि दहशतवाद का है। ये पोस्टर्स का जो मुद्दा है बहुत सीरियस है जिसमें हमारे डिप्लोमेट्स और हमारे एम्बेसीज और कॉन्सुलेट के खिलाफ उनको वायलेंस को इंसाइट किया जा रहा है उनको धमकी दी जा रही है। हमने सब सरकारों से आपने चारों का नाम लिया उनसे ये मुद्दे पे बात की है। ਮੰਤਰਾਲੇ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਭਾਰਤੀ ਰਾਜਨੀਕਾਂ ਤੇ ਵਿਦੇਸ਼ ਦੇ ਵਿੱਚ ਭਾਰਤੀ ਮਿਸ਼ਨ ਦੇ ਖਿਲਾਫ ਹਿੰਸਾ ਭੜਕਾਉਣ ਵਾਲੇ ਪੋਸਟਰ ਨਾ ਬਰਦਾਸ਼ਤਯੋਗ ਨੇ। ਸਾਡੀ ਸਰਕਾਰ ਦੇ ਲਈ ਭਾਰਤੀ ਆਫੀਸਰਜ਼ ਮਿਸ਼ਨ ਦੀ ਸੁਰੱਖਿਆ ਸਭ ਤੋਂ ਅਹਿਮ ਹੈ। जैसा मैंने कहा कि एक अटैक भी हुआ था और आर्सन अटेम्प्ट भी हुआ था हमारे कॉन्सुलेट सैन फ्रांसिस्को में वहाँ US एडमिनिस्ट्रेशन ने काफ़ी हाई लेवल पे भी उसमें रिस्पॉन्ड किया है और उसमें एक्शन हो रहा है। ਵਿਦੇਸ਼ ਦੇ ਵਿੱਚ ਦੇਸ਼ ਦੇ ਸਫੀਰਾਂ ਨੂੰ ਵੱਖਵਾਦੀਆਂ ਤੋਂ ਧਮਕੀਆਂ ਮਿਲਣ ਫਿਰ ਫਰਕ ਤਾਂ ਪੈਂਦਾ ਹੈ। ਤੇ ਭਾਰਤੀ ਵਿਦੇਸ਼ ਮੰਤਰਾਲੇ ਦੀਆਂ ਤਲਕ ਟਿੱਪਣੀਆਂ ਪਹਿਲਾਂ ਵੀ ਸਾਹਮਣੇ ਆਈਆਂ ਨੇ ਖਾਸ ਤੌਰ ਤੇ ਕੈਨੇਡਾ ਨੂੰ ਲੈ ਕੇ ਜਿਸ ਤਰੀਕੇ ਨਾਲ ਉੱਥੇ ਸਰਗਰਮੀਆਂ ਖਾਲਿਸਤਾਨੀ ਪੱਖੀ ਜਿਹੜੇ ਲੋਕ ਨੇ ਉਹਨਾਂ ਦੀਆਂ ਵਧੀਆਂ ਨੇ ਉਧਰ ਸੱਤ ਸਮੁੰਦਰ ਪਾਰ ਬੈਠੇ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕੱਸੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕੜੀ ਦੇ ਵਿੱਚ ਇੰਟਰਪੋਲ ਨੇ ਗੈਂਗਸਟਰ ਵਿਕਰਮ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਲਾਰੈਂਸ ਦੇ ਕਰੀਬੀ ਵਿਕਰਮ ਬਰਾੜ ਨੇ ਵਿਦੇਸ਼ ਦੇ ਵਿੱਚ ਪਨਾਹ ਲਈ ਹੋਈ ਹੈ। ਸਲਮਾਨ ਖਾਨ ਨੂੰ
ਜਿਹੜੀ ਧਮਕੀ ਭਰੀ ਚਿੱਠੀ ਭੇਜੀ ਗਈ ਸੀ ਉਸ ਮਾਮਲੇ 'ਚ ਵੀ ਵਿਕਰਮ ਬਰਾੜ ਦਾ ਨਾਮ ਸ਼ਾਮਲ ਸੀ। ਵਿਕਰਮ ਬਰਾੜ ਦੇ ਨਾਲ ਹੀ ਇੱਕ ਹੋਰ ਗੈਂਗਸਟਰ ਕਪਿਲ सांगवान ਉਰਫ ਨੰਦੂ ਦੇ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੈ। ਕਪਿਲ ਵੀ ਲਾਰੈਂਸ ਗੈਂਗ ਦੇ ਨਾਲ ਸੰਬੰਧਿਤ ਹੈ ਅਤੇ ਫਿਲਹਾਲ ਉਸ ਦੀ ਮੌਜੂਦਗੀ ਬ੍ਰਿਟਨ ਦੇ ਵਿੱਚ ਦੱਸੀ ਜਾ ਰਹੀ ਹੈ। ਇਸ ਨੋਟਿਸ ਤੋਂ ਬਾਅਦ ਇਹ ਦੋਵੇਂ ਗੈਂਗਸਟਰ ਕਿਸੇ ਵੀ ਪਾਸਪੋਰਟ ਤੇ ਹਵਾਈ ਸਫ਼ਰ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਗੈਂਗਸਟਰ ਕਰਨਵੀਰ ਸਿੰਘ ਗਰਚਾ ਦਾ ਕਤਲ ਕਰ ਦਿੱਤਾ ਗਿਆ। ਕੋਕਵਿਟਲੈਮ ਸ਼ਹਿਰ ਦੇ ਵਿੱਚ ਕਰਨਵੀਰ ਨੂੰ ਗੋਲੀਆਂ ਮਾਰੀਆਂ ਗਈਆਂ। ਗਰਚਾ ਨੇ 6 ਜੁਲਾਈ ਨੂੰ 2 ਅਪਰਾਧਿਕ ਮਾਮਲਿਆਂ 'ਚ ਕੋਰਟ 'ਚ ਪੇਸ਼ ਹੋਣਾ ਸੀ। ਸਰੀ ਦੀ ਪੁਲਿਸ ਨੇ ਗਰਚਾ ਨੂੰ ਅਪਰਾਧਿਕ ਸਰਗਰਮੀਆਂ ਛੱਡਣ ਦੇ ਲਈ ਚੇਤਾਵਨੀ ਵੀ ਦਿੱਤੀ ਸੀ। ਭਾਰਤ ਦੇ ਵਿੱਚ ਵੀ ਕਈ ਅਪਰਾਧਿਕ ਘਟਨਾਵਾਂ ਦੇ ਵਿੱਚ ਕਰਨਵੀਰ ਗਰਚਾ ਦਾ ਨਾਮ ਸ਼ਾਮਲ ਸੀ। ਉਧਰ ਖੰਨਾ ਪੁਲਿਸ ਨੇ ਪੰਜਾਬ ਭਰ ਦੇ ਵਿੱਚ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਇੱਕ ਸ਼ਖਸ ਨੂੰ ਹਥਿਆਰਾਂ ਦੀ ਖੇਪ ਸਣੇ ਕਾਬੂ ਕੀਤਾ ਹੈ। ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 4 ਲੁਟੇਰੇ ਹਥਿਆਰਾਂ ਸਣੇ ਰਾਜਸਥਾਨ ਤੋਂ ਪੰਜਾਬ ਆ ਰਹੇ ਨੇ, ਜਿਨ੍ਹਾਂ ਨੂੰ ਪੁਲਿਸ ਨੇ ਨਾਕੇਬੰਦੀ ਦੌਰਾਨ ਕਾਬੂ ਕੀਤਾ ਤੇ ਇਹਨਾਂ ਤੋਂ ਇੱਕ ਦੇਸੀ ਪਿਸਤੌਲ ਅਤੇ 2 ਮੈਗਜ਼ੀਨ ਬਰਾਮਦ ਕੀਤੇ। ਸੋ ਇਸ ਤਰ੍ਹਾਂ ਇਹਨਾਂ ਦੀ ਪ੍ਰੋਐਕਟਿਵਲੀ ਜਿਹੜਾ ਇਹਨਾਂ ਨੇ ਮੁਸਤੈਦੀ ਨਾਲ ਕੰਮ ਕੀਤਾ ਹੈ। ਇਸ ਤਰ੍ਹਾਂ 5 ਦੋਸ਼ੀ ਗ੍ਰਿਫਤਾਰ ਹੋਏ ਇਸ ਕੇਸ 'ਚ ਤੇ ਜਿਹੜਾ ਇਹਨਾਂ ਦਾ ਪਲਾਨ ਸੀ ਕਿ ਗੱਡੀਆਂ ਖੋਹ ਕੇ ਵਾਰਦਾਤਾਂ ਕਰਨੀਆਂ ਸੀ ਉਹ ਪ੍ਰੀਐਮਪਟ ਹੋ ਗਿਆ ਔਰ ਇਸ ਕੇਸ 'ਚ ਸਾਨੂੰ 5 ਪਿਸਟਲ 32 ਬੋਰ ਦੇ ਔਰ 10 ਮੈਗਜ਼ੀਨ ਬਰਾਮਦ ਹੋਏ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਚਾਰੋਂ ਮੁਲਜ਼ਮ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਨੇ। ਇੱਕ ਵਿਅਕਤੀ ਤੋਂ ਗੈਰ ਕਾਨੂੰਨੀ ਹਥਿਆਰ ਖਰੀਦਦੇ ਨੇ, ਜਿਨ੍ਹਾਂ ਦੀ ਨਿਸ਼ਾਨਦੇਹੀ ਦੇ ਉੱਤੇ ਪੁਲਿਸ ਨੇ ਹਥਿਆਰ ਤਸਕਰ ਨੂੰ ਵੀ ਗ੍ਰਿਫਤਾਰ ਕਰ ਲਿਆ। ਐਸ ਪਾਰਟ ਆਫ ਇਨਵੈਸਟੀਗੇਸ਼ਨ ਗੌਤਮ ਸ਼ਰਮਾ ਦੀ ਨਿਸ਼ਾਨਦੇਹੀ ਤੇ ਇਸ ਤਕਦੀਰ ਸਿੰਘ ਨੂੰ ਉੱਥੋਂ ਮੱਧ ਪ੍ਰਦੇਸ਼ ਤੋਂ ਅਰੈਸਟ ਕਰਕੇ ਲਿਆਈਏ ਤੇ ਇਹਦੇ ਤੋਂ ਸਾਨੂੰ 4 ਪਿਸਟਲ 32 ਬੋਰ ਔਰ 8 ਮੈਗਜ਼ੀਨ ਬਰਾਮਦ ਹੋਏ। ਪੁਲਿਸ ਨੂੰ ਇਹਨਾਂ ਮੁਲਜ਼ਮਾਂ ਤੋਂ ਕੁੱਲ 5 ਪਿਸਤੌਲ, 10 ਮੈਗਜ਼ੀਨ ਅਤੇ ਇੱਕ ਲੁੱਟ ਦੀ ਕਾਰ ਬਰਾਮਦ ਹੋਈ, ਜਦਕਿ ਹਥਿਆਰ ਸਪਲਾਇਰ ਇਹ ਹਥਿਆਰ ਆਪਣੇ ਘਰ ਦੇ ਵਿੱਚ ਹੀ ਤਿਆਰ ਕਰਦਾ ਸੀ। ਤਾਂ ਹਥਿਆਰ ਘਰ ਦੇ ਵਿੱਚ ਹੀ ਸਪਲਾਈ ਕਰਦਾ ਸੀ, ਪਰ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਇਹਨਾਂ ਨੇ ਹਥਿਆਰ ਸਪਲਾਈ ਕੀਤੇ। ਰਾਜਸਥਾਨ ਤੋਂ ਲਿਆ ਕੇ ਕਿ ਪੰਜਾਬ ਦੇ ਵਿੱਚ ਹਥਿਆਰ ਸਪਲਾਈ ਕੀਤੇ ਜਾ ਰਹੇ ਸੀ। ਖੈਰ ਜਦੋਂ ਇਲਜ਼ਾਮ ਲੱਗਣ ਕਿ ਹਥਿਆਰ ਸਪਲਾਇਰ ਖੁਦ ਤਿਆਰ ਕਰ ਰਿਹਾ ਸੀ, ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਤੇ ਗੱਲ ਪੰਜਾਬ ਦੀ ਸਿਆਸਤ ਦੀ। ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਗੜਜੋੜ ਨੂੰ ਲੈ ਕੇ ਚਰਚਾ ਗਰਮ ਹੈ, ਇਸ ਸਮੇਂ ਖੂਬ ਭਖੀ ਹੋਈ ਹੈ ਤੇ ਇਸ ਵਿਚਾਲੇ ਗੜਜੋੜ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੜਜੋੜ ਦੀਆਂ ਖਬਰਾਂ ਨੂੰ ਰੱਦ ਕਰ ਰਹੇ ਨੇ। ਸੁਖਬੀਰ ਬਾਦਲ ਦੇ ਮੁਤਾਬਿਕ ਇਹ ਸੁਰਖੀਆਂ ਸਿਰਫ ਮੀਡੀਆ ਦਾ ਹਿੱਸਾ ਨੇ, ਜਦਕਿ ਬੀਜੇਪੀ ਦੇ ਨਾਲ ਗੜਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। पर अटकलें लगाई जा रही है कि ये मीडिया की बातें हैं सारी मीडिया की। उधर बीजेपी ने भी चर्चावां ते विराम लगाया ते पंजाब दीयां सारियां 13 लोक सभा सीटां दे उत्ते इकल्ले ही इलेक्शन लड़न दा ऐलान कर दिता। मोदी जी के नेतृत्व में फिर से दिल्ली में तीसरी बार भाजपा की सरकार बनेगी और पंजाब में भी 13 सीटें भारतीय जनता पार्टी अकेली लड़ेगी। पिछले कुछ दिनों तो चर्चा की अकाली दल ते भाजपा दा रिश्ता मुड़ तो जुड़न वाला है। ਇਹ ਵੀ ਖਬਰਾਂ ਸਨ ਕਿ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੂੰ ਕੇਂਦਰ ਦੇ ਵਿੱਚ ਵਜ਼ੀਰੀ ਮਿਲਣ ਜਾ ਰਹੀ ਹੈ। ਹਾਲਾਂਕਿ ਦੋਵੇਂ ਪਾਰਟੀਆਂ ਫਿਲਹਾਲ ਇਹਨਾਂ ਖਬਰਾਂ ਨੂੰ ਮਹਿਜ਼ ਅਫਵਾਹਾਂ ਕਰਾਰ ਦੇ ਰਹੇ ਨੇ। ਤਾਂ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਨਕਾਰ ਜ਼ਰੂਰ ਕੀਤਾ ਜਾ ਰਿਹਾ, ਪਰ ਚਰਚਾ ਬਹੁਤ ਹੈ ਇਸ ਸਮੇਂ ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ ਗੜਜੋੜ ਨੂੰ ਲੈ ਕੇ। ਪਰ ਨਾਲ ਹੀ ਖਬਰਾਂ ਤੇ ਹੀ ਸਿਆਸਤ ਗਰਮਾ ਵੀ ਰਹੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਬੀਜੇਪੀ ਗੜਜੋੜ ਨੂੰ ਲੈ ਕੇ ਤੰਜ ਕਸੇ ਨੇ। ਸੀਐਮ ਮਾਨ ਦੇ ਮੁਤਾਬਿਕ ਹਾਰੀਆਂ ਹੋਈਆਂ ਧਿਰਾਂ ਜੋੜ ਤੋੜ ਕਰਨ ਦੇ ਵਿੱਚ ਲੱਗੀਆਂ ਨੇ ਤੇ ਇਹ ਸਭ ਕੋਸ਼ਿਸ਼ਾਂ ਕੁਰਸੀ ਦੇ ਲਈ ਹੋ ਰਹੀਆਂ ਨੇ। ਉਹ ਜੋੜ ਤੋੜ ਕਰ ਰਹੇ ਨੇ ਆਪਣੀ ਕੁਰਸੀ ਵਾਸਤੇ। ਫਰਕ ਦੇਖਿਓ, ਅਕਾਲੀ ਦਲ, ਬੀਜੇਪੀ, ਕਾਂਗਰਸ ਇਹ ਜੋੜ ਤੋੜ ਕਰ ਰਹੇ ਨੇ ਆਪਣੀ ਕੁਰਸੀ ਵਾਸਤੇ। ਮੈਂ ਜੋੜ ਤੋੜ ਕਰ ਰਿਹਾ ਤੁਹਾਡੀ ਕੁਰਸੀ ਵਾਸਤੇ। ਇਸ ਤੋਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਾਲੇ ਗੜਜੋੜ ਹਮੇਸ਼ਾ ਤੋਂ ਹੀ ਸੀ ਤੇ 3 ਖੇਤੀ ਕਾਨੂੰਨ ਦੇ ਸਮੇਂ ਅਕਾਲੀ ਦਲ ਨੇ ਬੀਜੇਪੀ ਨਾਲ ਨਾਤਾ ਤੋੜਨ ਦਾ ਬਸ ਡਰਾਮਾ ਕੀਤਾ ਸੀ। ਅੱਡ ਹੋਣ ਦਾ ਤਾਂ ਕਿਸਾਨੀ ਅੰਦੋਲਨ ਵੇਲੇ ਇੱਕ ਡਰਾਮਾ ਕੀਤਾ, ਅਦਰਵਾਈਜ਼ ਇਹ ਇਕੱਠੇ ਸਨ ਔਰ ਜਿਹੜਾ ਇਹਨਾਂ ਦਾ ਸਮਝੌਤਾ ਉਹ ਵੀ ਇਕੱਠਾ ਤੇ ਤੈਅ। ਲੇਕਿਨ ਇਹ ਵੇਖਣਾ ਵੀ ਕਿਦੋਂ ਹੁਣ ਇਹਨਾਂ ਨੇ ਅਲਟੀਮੇਟਲੀ ਲੋਕਾਂ ਦੇ ਉਜਾਗਰ ਕਰਨਾ ਹੈ। ਲੋਕ ਸਭਾ ਚੋਣਾਂ ਦੇ ਵਿੱਚ ਕੁਝ ਮਹੀਨੇ ਹੀ ਬਾਕੀ ਨੇ। ਅਜਿਹੇ 'ਚ ਗੜਜੋੜ ਦੀਆਂ ਚਰਚਾਵਾਂ ਨੇ ਸਿਆਸੀ ਮਾਹੌਲ ਨੂੰ ਭਖਾ ਦਿੱਤਾ ਹੈ, ਪਰ ਗੜਜੋੜ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਰੇੜਕਾ ਬਰਕਰਾਰ ਹੈ।
खैर खूब सारिया चर्चावां ने। खैर चर्चावां दे विचाले खंडन भी हो रहा होवे, ਜਿਹੜੇ ਦਾਅਵੇ ਇਹਨਾਂ ਨੂੰ ਰੱਦ ਕੀਤਾ ਜਾ ਰਿਹਾ ਹੋਵੇ, ਪਰ ਫਿਰ ਵੀ ਇਸ ਸਭ ਦੇ ਵਿਚਾਲੇ ਕੁਝ ਸਟੇਟਮੈਂਟਸ ਇਸ਼ਾਰਾ ਕਰ ਰਹੀਆਂ ਹੋਣ ਕਿ ਕੁਝ ਨਾ ਕੁਝ ਤਾਂ ਗੱਲ ਜ਼ਰੂਰ ਹੋ ਰਹੀ ਹੈ ਸ਼ਾਇਦ ਗੱਠਜੋੜ ਨੂੰ ਲੈ ਕੇ। ਤੇ ਜਦੋਂ ਇਸ ਤਰੀਕੇ ਨਾਲ ਕਿਆਸਰਾਈਆਂ ਲੱਗਣ ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦਾ ਦੇ ਵਿੱਚ ਅੱਗੇ ਤੁਹਾਨੂੰ ਦਿਖਾਵਾਂਗੇ ਗਊਸ਼ਾਲਾ ਦੀ ਮੁਸਲਿਮ ਕੇਅਰ ਟੇਕਰ। ਇਹ ਖਬਰ ਇਸ ਕਰਕੇ ਅਹਿਮ ਹੋ ਜਾਂਦੀ ਹੈ ਕਿਉਂਕਿ ਦੇਸ਼ ਦੇ ਵਿੱਚ ਕਈ ਵਾਰ ਬਹੁਤ ਸਾਰੀਆਂ ਖਬਰਾਂ ਅਜਿਹੀਆਂ ਹੁੰਦੀਆਂ ਨੇ ਜੋ ਚਿੰਤਾ ਨੂੰ ਵਧਾਉਂਦੀਆਂ ਨੇ, ਪਰ ਇਹ ਵਾਕਈ ਇੱਕ ਵੱਖਰੀ ਖਬਰ ਹੈ। ਕਿੱਥੋਂ ਦੀ ਖਬਰ ਹੈ ਇਹ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੈ, ਔਰ ਕਿੱਥੇ ਦੀ ਖਬਰ ਹੈ, ਕੌਣ ਸੰਭਾਲ ਰਿਹਾ ਇਸ ਗਊਸ਼ਾਲਾ ਨੂੰ, ਦੱਸਾਂਗੇ ਥੋੜੀ ਦੇਰ ਦੇ ਵਿੱਚ। ਅੱਗੇ ਵਧਦੇ ਹਾਂ ਤੇ ਰੁਖ ਹਰਿਆਣਾ ਦਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਹੈ। ਤੇ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਦੀ ਨਵੀਂ ਇਮਾਰਤ ਦੇ ਲਈ ਜ਼ਮੀਨ ਫਾਈਨਲ ਕਰ ਲਈ ਹੈ ਤੇ ਇਹ ਦਾਅਵਾ ਕੀਤਾ ਹੈ ਸੀਐਮ ਮਨੋਹਰ ਲਾਲ ਖੱਟਰ ਨੇ। ਦਾਅਵਾ ਕੀਤਾ ਗਿਆ ਕਿ ਜੰਗਲਾਤ ਵਿਭਾਗ ਦੀ ਕੋਲ ਮਨਜ਼ੂਰੀ ਤੋਂ ਬਾਅਦ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ना अब वहाँ से जल्दी हम कोशिश करेंगे कि हमको क्लियरेंस जल्दी मिल जाए, क्योंकि ये सारा एरिया ऐसा है जो फॉरेस्ट के सिस्टम में क्लियरेंस लेनी पड़ती है। ਇਸ ਦੌਰਾਨ ਮੁੱਖ ਮੰਤਰੀ ਖੱਟਰ ਹਿਮਾਚਲ ਦੇ ਵੱਲੋਂ ਪਾਣੀ ਤੇ ਲਗਾਏ ਗਏ ਸੈਸ ਨੂੰ ਲੈ ਕੇ ਵੀ ਬੋਲੇ ਅਤੇ ਸਾਫ਼ ਕੀਤਾ ਕਿ ਹਿਮਾਚਲ ਦੇ ਵੱਲੋਂ ਲਗਾਏ ਗਏ ਸੈਸ ਦਾ ਪ੍ਰਭਾਵ ਹਰਿਆਣਾ ਦੇ ਉੱਤੇ ਕਦੇ ਵੀ नहीं ਪੈਣਾ ਚਾਹੀਦਾ। हमें हरियाणा की जनता पर वजन नहीं पड़ना चाहिए। ऐसा अगर वो हमको एक सिद्ध करके दे देते हैं तो हमको कोई दिक्कत नहीं, लेकिन अगर किसी टैक्स का कोई ऐसा टैक्स जो इंटरस्टेट एक एसेट है या एक इशू है, उसमें वो टैक्स लेकर के अपनी जनता को टैक्स दें और उसका वजन बाकी स्टेट्स पर पड़े, ये लॉजिकली भी ठीक नहीं है, एथिकली भी ठीक है। ਪੰਜਾਬ ਨੇ ਚੰਡੀਗੜ੍ਹ 'ਚ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਥਾਂ ਦੇਣ ਦਾ ਵਿਰੋਧ ਕੀਤਾ ਸੀ ਤੇ ਹੁਣ ਸੀਐਮ ਖੱਟਰ ਦੇ ਬਿਆਨ ਤੋਂ ਬਾਅਦ ਸਿਆਸਤ ਮੁੜ ਤੋਂ ਗਰਮਾਉਣ ਦੇ ਅਸਾਰ ਬਣੇ ਹੋਏ ਨੇ, ਕਿਉਂਕਿ ਪੰਜਾਬ ਦਾਅਵਾ ਕਰਦਾ ਹੈ ਕਿ ਚੰਡੀਗੜ੍ਹ ਉਹਨਾਂ ਦਾ, ਔਰ ਇਸ ਦਾਅਵੇ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਜ਼ਮੀਨ ਦਿੱਤੇ ਜਾਣ ਦਾ ਵੀ ਵਿਰੋਧ ਹੋਇਆ ਹੈ। ਖੈਰ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਨਿਊ ਚੰਡੀਗੜ੍ਹ ਦੇ ਵਿੱਚ ਬਣੇ ਹੋਮੀ ਭਾਭਾ ਕੈਂਸਰ ਰਿਸਰਚ ਇੰਸਟੀਚਿਊਟ ਦੇ ਵਿੱਚ ਆਈਪੀਡੀ ਸੇਵਾਵਾਂ ਦੀ ਸ਼ੁਰੂਆਤ ਵੇਲੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚੇ ਤੇ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਪੰਜਾਬ ਸਰਕਾਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਰਿਸਰਚ ਸੈਂਟਰ ਅਤੇ ਟਾਟਾ ਮੈਮੋਰੀਅਲ ਸੈਂਟਰ ਦੇ ਵਿਚਾਲੇ MOU ਸਾਈਨ ਹੋਇਆ। सीएम ने कहा कि इस समझौते दे नाल नौजवानों के लिए रोजगार के मौके पैदा होंगे। कि हम लोग एक इकट्ठे होकर काम करने की एक योजना बना रहे हैं, एक ऐसी बीमारी के साथ लड़ने की जिसका गांव में डॉक्टर साहब नाम भी नहीं लेते, लोग इतना खतरनाक माना जाता है कि उसका नाम अपनी जुबान से नहीं लेते। ਮੁੱਖ ਮੰਤਰੀ ਨੇ ਨਾ ਸਿਰਫ ਸੈਂਟਰ ਦੇ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ, ਸਗੋਂ ਉੱਥੇ ਜ਼ੇਰੇ ਇਲਾਜ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ। ਸੂਬੇ ਦੇ ਲੋਕਾਂ ਦੇ ਲਈ ਨਾਸੂਰ ਬਣੀ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਲਈ ਜਦੋਂ ਖੁਦ ਮੁੱਖ ਮੰਤਰੀ ਕਦਮ ਚੁੱਕਣ ਫਿਰ ਫਰਕ ਤਾਂ ਪੈਂਦਾ ਹੈ। ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਕੈਂਸਰ ਦੀ ਬਿਮਾਰੀ ਨੇ ਪੰਜਾਬੀਆਂ ਨੂੰ ਜਦ ਦੇ ਵਿੱਚ ਲਿਆ। ਖਾਸ ਤੌਰ ਤੇ ਜਦੋਂ ਆਪਾਂ ਮਾਲਵੇ ਦਾ ਜ਼ਿਕਰ ਕਰਦੇ ਹਾਂ, ਮਾਲਵੇ ਦੇ ਵਿੱਚ ਪਾਣੀ ਦੀ ਵਜ੍ਹਾ ਦੇ ਨਾਲ ਖਾਸ ਤੌਰ ਤੇ ਇਹ ਬਿਮਾਰੀ ਬਹੁਤ ਫੈਲੀ ਹੈ, ਪਰ ਉਮੀਦ ਹੈ ਕਿ ਹੁਣ ਜ਼ਰੂਰ ਇਸ ਵਾਲੇ ਪਾਸੇ ਢੁਕਵੇਂ ਕਦਮ ਚੁੱਕੇ ਜਾਣਗੇ। ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਸਵਾਲ ਕੈਂਸਰ ਦੇ ਨਾਲ ਹੀ ਜੁੜਿਆ ਹੋਇਆ। ਹੋਮੀ ਭਾਭਾ ਸੈਂਟਰ ਦੇ ਵਿੱਚ ਟਾਟਾ ਮੈਮੋਰੀਅਲ ਦੇ ਵਿੱਚ ਉੱਥੇ ਕੈਂਸਰ ਦੇ ਮਰੀਜ਼ ਪਹੁੰਚਦੇ ਨੇ, ਜ਼ਿਆਦਾ ਕੈਂਸਰ ਦਾ ਇਲਾਜ ਹੁੰਦਾ, ਇਸ ਕਰਕੇ ਉਹ MOU ਜਿਹੜੇ ਸਾਈਨ ਹੋਏ ਨੇ ਉਹ ਵੀ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਹੀ ਕੀਤੇ ਗਏ ਨੇ। ਇਸ ਕਰਕੇ ਕੈਂਸਰ ਦੇ ਨਾਲ ਜੁੜਿਆ ਸਵਾਲ, ਕੈਂਸਰ ਦੇ ਇਲਾਜ ਦੇ ਲਈ ਕੀਮੋਥੈਰੇਪੀ ਦੀ ਸ਼ੁਰੂਆਤ ਕਦੋਂ ਹੋਈ? ਕੀਮੋ ਹੁੰਦੀ ਹੈ, ਕੀਮੋ ਤੋਂ ਬਾਅਦ ਸਰਜਰੀ ਕਰਦੇ ਨੇ ਡਾਕਟਰ ਜੇਕਰ ਜ਼ਰੂਰਤ ਹੋਵੇ। ਵੱਖ-ਵੱਖ ਸਟੇਜਾਂ ਦੇ ਵਿੱਚ ਜਦੋਂ ਕੈਂਸਰ ਹੁੰਦਾ ਤਾਂ ਕੈਂਸਰ ਦੇ ਇਲਾਜ ਦੇ ਲਈ ਕੀਮੋਥੈਰੇਪੀ ਦੀ ਸ਼ੁਰੂਆਤ ਕਦੋਂ ਹੋਈ? A 1950 ਦੇ ਵਿੱਚ, B 1882, C 2001 ਦੇ ਵਿੱਚ ਜਾਂ ਆਪਸ਼ਨ D 1958 ਦੇ ਵਿੱਚ। ਸਹੀ ਜਵਾਬ ਕੀ ਹੈ ਪੂਰੀ ਜਾਣਕਾਰੀ ਦੇ ਨਾਲ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ। ਉਧਰ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਸਖਤੀ ਦਿਖਾਈ ਹੈ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਦੇ ਲਈ 3 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਹਾਈ ਕੋਰਟ ਨੇ ਆਪਣੇ ਆਦੇਸ਼ ਦੇ ਵਿੱਚ ਕਿਹਾ ਕਿ ਪੰਜਾਬ ਦੇ ਵਿੱਚ ਹਰ ਥਾਂ ਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਤੇ ਜੇਕਰ ਇਹੋ ਹਾਲਾਤ ਰਹੇ ਤਾਂ ਪੰਜਾਬ 'ਚ ਕੋਈ ਨਹੀਂ ਆਵੇਗਾ।
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ 3 ਹਫ਼ਤਿਆਂ ਦੇ ਅੰਦਰ ਕੌਮੀ ਇਨਸਾਫ ਮੋਰਚੇ ਨੂੰ ਹਟਾਇਆ ਜਾਵੇ, ਨਹੀਂ ਤਾਂ ਅਦਾਲਤ ਸਖਤ ਹੁਕਮ ਜਾਰੀ ਕਰਨ ਦੇ ਲਈ ਮਜਬੂਰ ਹੋਵੇਗੀ। ਅਦਾਲਤ ਦੇ ਮੁਤਾਬਿਕ ਸੜਕ ਬੰਦ ਹੋਣ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਨੇ, ਜਦਕਿ ਸਰਕਾਰ 200 ਲੋਕਾਂ ਨੂੰ ਨਹੀਂ ਹਟਾ ਸਕੀ। ਇਸ ਤੋਂ ਇਲਾਵਾ ਕੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੁੱਕੇ। ਦੱਸ ਦਈਏ ਕਿ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਪਿਛਲੇ ਕਰੀਬ 7 ਮਹੀਨੇ ਤੋਂ ਜਾਰੀ ਹੈ, ਜਦਕਿ ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਅਗਸਤ ਨੂੰ ਹੋਵੇਗੀ। ਤਾਂ ਕੀ ਅਗਲੇ ਕੁਝ ਦਿਨਾਂ ਦੇ ਵਿੱਚ ਕੋਈ ਐਕਸ਼ਨ ਨਜ਼ਰ ਆ ਸਕਦਾ ਹੈ ਜਾਂ ਗੱਲਬਾਤ ਦੇ ਜ਼ਰੀਏ ਕੌਮੀ ਇਨਸਾਫ ਮੋਰਚੇ ਦੇ ਨੁਮਾਇੰਦੇ ਨਾਲ ਗੱਲਬਾਤ ਕਰਕੇ ਇਸ ਧਰਨੇ ਨੂੰ ਖਤਮ ਕਰਵਾਇਆ ਜਾ ਸਕਦਾ ਹੈ? ਕਰੀਬ 6 ਮਹੀਨੇ ਹੋ ਚੱਲੇ ਨੇ ਕਿ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ ਦੇ ਉੱਤੇ ਕੌਮੀ ਇਨਸਾਫ ਮੋਰਚਾ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ ਔਰ ਰੋਡ ਵੀ ਬਲੌਕ ਹੋਈ ਹੈ, ਜਿਸ ਨੂੰ ਲੈ ਕੇ ਇਹ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹੋਇਆ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖੰਨਾ ਦੇ ਪਾਇਲ ਹਲਕੇ ਦੇ ਵਿੱਚ ਮੁਸਲਿਮ ਗਊਸ਼ਾਲਾ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੇ ਇਸ ਦੀ ਵਜ੍ਹਾ ਇੱਥੇ ਬੇਸਹਾਰਾ ਗਾਵਾਂ ਦੀ ਸੇਵਾ ਸੰਭਾਲ ਕਰਦੀ ਸਲਮਾ। ਇਹਨਾਂ ਗਾਵਾਂ ਦੀ ਸੇਵਾ ਕਰਨ ਵਾਲੀ ਸਲਮਾ ਦਾ ਇਸ ਸੇਵਾ ਕਾਰਜ ਦੇ ਲਈ ਸਮਰਪਣ ਇੰਨਾ ਹੈ ਕਿ ਉਸਨੇ ਇਸ ਕੰਮ ਨੂੰ ਸਹੀ ਤਰੀਕੇ ਜਾਰੀ ਰੱਖਣ ਦੇ ਲਈ ਵਿਆਹ ਤੱਕ ਨਹੀਂ ਕਰਵਾਇਆ। ਇੱਕ ਬਲਦ ਤੋਂ ਨੰਦੀ ਤੋਂ ਤੇ ਰੈਗੂਲਰ ਜਾਰੀ ਹੈ, ਗਊ ਬੱਚੇ ਆਉਂਦੇ ਰਹਿੰਦੇ ਆ। ਤੇ ਤੁਹਾਡੇ ਇੱਥੇ ਕਿੰਨੇ ਕੁ ਜਿਹੜੇ ਹੈਗੇ ਨੇ ਪਸ਼ੂ ਨੇ ਇੱਥੇ ਰੱਖੇ? 37 ਨੇ। ਅੱਛਾ, ਤੇ ਇਹਨਾਂ ਦੇ ਰੱਖ ਰਖਾਵ ਲਈ ਤੁਸੀਂ ਕਿੰਨੇ ਕੁ ਪੈਸੇ ਲਾ ਚੁੱਕੇ ਹੋ ਹੁਣ ਤੱਕ? 85 ਲੱਖ ਬੈਲੈਂਸ ਸੀ, ਜਿਹੜਾ 6 ਲੱਖ ਮਤਲਬ ਬਚਿਆ ਹੁਣ ਟੋਟਲੀ ਸਾਰਾ ਲਾ ਚੁੱਕੇ ਆ। ਬਾਕੀ ਜਿਹੜੀ ਮੰਥਲੀ ਪੈਨਸ਼ਨ ਆਉਂਦੀ ਉਹ ਵੀ ਨਾਲ ਲੱਗਦੀ ਹੈ। 2007 ਤੋਂ ਹੁਣ ਤੱਕ ਸਲਮਾ ਇਹਨਾਂ ਗਊਆਂ ਤੇ 85 ਲੱਖ ਤੋਂ ਜ਼ਿਆਦਾ ਰੁਪਏ ਖਰਚ ਕਰ ਚੁੱਕੀ ਹੈ। MA ਪੋਲੀਟੀਕਲ ਸਾਇੰਸ ਦੀ ਪੜ੍ਹਾਈ ਕਰ ਚੁੱਕੀ ਸਲਮਾ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦੀ ਪੋਲਿਟਿਕਸ ਦੇ ਅਸਰ ਤੋਂ ਦੂਰ ਰਹਿ ਕੇ ਆਪਣੇ ਪਿਤਾ ਹਰਨੇਕ ਸਿੰਘ ਦੇ ਨਾਲ ਇਹਨਾਂ ਗਊਆਂ ਦੀ ਸੇਵਾ ਕਰ ਰਹੀ ਹੈ। ਇਸ ਦੇ ਪਿਤਾ ਵੀ ਆਪਣੀ ਪੈਨਸ਼ਨ ਤੱਕ ਇਹਨਾਂ ਗਊਆਂ ਤੇ ਹੀ ਖਰਚ ਕਰ ਦਿੰਦੇ ਨੇ। ਮੈਂ ਤਾਂ ਅਸੀਂ ਚਾਹੁੰਦੇ ਸੀਗੇ ਵੀ ਇਹ ਜਦੋਂ ਡੰਗਰ ਮੈਂ ਦੱਸਿਆ ਇੱਕ ਬਲਦ ਆ ਗਿਆ ਸੀ, ਅਸੀਂ 12 ਸਾਲ ਤੋਂ ਕਰਦੇ ਆਪਾਂ। ਹਾਂ, ਤੇ 7 ਤੋਂ ਉਦੋਂ ਹੀ ਅਸੀਂ ਕਹਿੰਦੇ ਜੀ ਡੰਗਰ ਵੀ ਲੜਕਾ ਵਧੀਆ, ਸਾਨੂੰ ਇਹਦੇ ਵਿਚਾਰਾਂ ਦਾ ਹੀ ਨਹੀਂ ਮਿਲਿਆ ਕੋਈ। ਉਹ ਕਹਿੰਦਾ ਵੀ ਡੰਗਰ ਛੱਡ ਦੋ ਫੇਰ ਵਿਆਹ ਕਰਾਵਾਂਗੇ। ਹਿੰਦੂ ਮੁਸਲਿਮ ਦੇ ਨਾਮ ਤੇ ਵੰਡੀਆਂ ਪਾਉਣ ਵਾਲੀ ਸਿਆਸਤ ਦੇ ਵਿਚਾਲੇ ਮੁਸਲਿਮ ਗਊਸ਼ਾਲਾ ਦੀ ਤਸਵੀਰ ਸਾਹਮਣੇ ਆਵੇ, ਫਿਰ ਫਰਕ ਤਾਂ ਪੈਂਦਾ ਹੈ। ਤਾਂ ਸਲਮਾਨ ਦੇ ਸਮਰਪਣ ਨੂੰ ਸਲਾਮ ਹੈ, ਜਿਸ ਤਰੀਕੇ ਨਾਲ ਉਹ ਤਨਦੇਹੀ ਨਾਲ ਇਹਨਾਂ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰ ਰਹੇ ਨੇ। ਅੱਗੇ ਵਧਦੇ ਹਾਂ, ਫਰਕ ਤਾਂ ਪੈਂਦਾ ਦੀ ਖਬਰ ਦੇ ਨਾਲ ਫਰਕ ਪਿਆ। ਚਾਈਨਾ ਡੋਰ ਦੇ ਖਿਲਾਫ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ। ਤੇ ਫਿਰੋਜ਼ਪੁਰ ਦਾ ਇੱਕ ਨੌਜਵਾਨ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੀ ਖਬਰ ਨਿਊਜ਼ 18 ਨੇ ਪ੍ਰਮੁਖਤਾ ਦੇ ਨਾਲ ਦਿਖਾਈ। ਤਾਂ ਹੁਣ ਪੰਜਾਬ ਸਰਕਾਰ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੱਕ ਦੀ ਕੈਦ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ 18 ਨੇ ਬੜੀ ਪ੍ਰਮੁਖਤਾ ਦੇ ਨਾਲ ਦਿਖਾਇਆ ਔਰ ਖਬਰ ਦੇਖਣ ਤੋਂ ਬਾਅਦ, ਖਬਰ ਚੱਲਣ ਤੋਂ ਬਾਅਦ ਪੰਜਾਬ ਸਰਕਾਰ ਔਰ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਇੱਕ ਨਵਾਂ ਫੈਸਲਾ ਜਿਹੜਾ ਲਿਆ ਹੈ ਕਿ ਜੋ ਲੋਕ ਵੀ ਚਾਈਨਾ ਡੋਰਾਂ ਨੂੰ ਜਿਹੜਾ ਇਸਤੇਮਾਲ ਕਰਨਗੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਨੂੰ ਸਖਤ ਕਾਰਵਾਈ ਹੋਏਗੀ। ਉਹ 1 ਲੱਖ ਰੁਪਏ ਤੱਕ ਜੁਰਮਾਨਾ ਔਰ ਉਸ ਦੇ ਨਾਲ 5 ਸਾਲ ਦੀ ਜਿਹੜਾ ਹੈ ਕੈਦ ਹੋਏਗੀ। ਸਰਕਾਰ ਦੇ ਫੈਸਲੇ ਤੋਂ ਬਾਅਦ ਪੀੜਤ ਨੌਜਵਾਨ ਦੇ ਪਰਿਵਾਰ ਨੇ ਇਸ ਫੈਸਲੇ ਨੂੰ ਵਧੀਆ ਕਰਾਰ ਦਿੱਤਾ। ਪੰਜਾਬ ਸਰਕਾਰ ਅਤੇ ਨਿਊਜ਼ 18 ਦਾ ਧੰਨਵਾਦ ਵੀ ਕੀਤਾ। ਇਹ ਸਟੈਪ ਬਹੁਤ ਵਧੀਆ ਹੈ। ਇਹਦੇ ਨਾਲ ਜਿਹੜੇ ਮਾਸੂਮ ਜਾਂ ਜਾਨਵਰ ਜਾਂ ਬੱਚੇ ਜਾਂ ਕੋਈ ਵੀ ਹੈ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਸੀਗਾ, ਉਹਨਾਂ ਦੀ ਬਹੁਤ ਬਚਤ ਹੋਏਗੀ। ਇੱਕ ਸਰਕਾਰ ਅਗਰ ਪਹਿਲਾਂ ਐਕਸ਼ਨ ਲੈ ਲੈਂਦੀ ਤਾਂ ਬਹੁਤ ਵਧੀਆ ਹੋਣਾ ਸੀ, ਲੇਕਿਨ ਫਿਰ ਵੀ ਦੇਰ ਆਏ ਦਰੁਸਤ ਆਏ, ਬਹੁਤ ਵਧੀਆ ਐਕਸ਼ਨ ਹੈ। 2 ਦਿਨ ਪਹਿਲਾਂ ਨੌਜਵਾਨ ਸਕੂਲ ਤੋਂ ਘਰ ਵਾਪਸ ਜਾ ਰਿਹਾ ਸੀ ਕਿ ਅਚਾਨਕ ਉਸ ਦੇ ਗਲ ਦੇ ਵਿੱਚ ਚਾਈਨਾ ਡੋਰ ਫਸ ਗਈ ਸੀ ਤੇ ਉਸ ਦਾ ਗਲਾ ਕੱਟਿਆ ਗਿਆ ਸੀ। ਜ਼ਖਮੀ ਨੌਜਵਾਨ ਦੇ ਗਲ ਤੇ 25 ਟਾਂਕੇ ਲੱਗੇ ਸਨ। ਤਾਂ ਚਾਈਨਾ ਡੋਰ ਦੀ ਵਜ੍ਹਾ ਦੇ ਨਾਲ ਦਿੱਕਤਾਂ ਤਾਂ ਬਹੁਤ ਆਉਂਦੀਆਂ ਨੇ, ਪਰ ਬਾਵਜੂਦ ਇਸ ਦੇ ਚਾਈਨਾ ਡੋਰ ਵਿਕਦੀ ਹੈ ਤੇ ਚਾਈਨਾ ਡੋਰ ਦੇ ਨਾਲ ਪਤੰਗ ਲੋਕ ਉਡਾਉਂਦੇ ਨੇ। ਪਰ ਸਵਾਲ ਇਹ ਵੀ ਹੈ ਕਿ ਚਾਈਨਾ ਡੋਰ ਬਣਦੀ ਹੈ, ਜੇ ਚਾਈਨਾ ਡੋਰ ਬਣਾਉਣ ਦੇ ਉੱਤੇ ਹੀ ਰੋਕ ਕਿਸੇ ਤਰੀਕੇ ਨਾਲ ਲਗਾਈ ਜਾਵੇ ਤਾਂ ਸ਼ਾਇਦ ਇਹ ਸਾਰੀਆਂ ਘਟਨਾਵਾਂ ਨੂੰ ਵੀ ਰੋਕਿਆ ਜਾ ਸਕਦਾ। ਪਰ ਹੁਣ ਪੰਜਾਬ ਸਰਕਾਰ ਤਾਂ ਐਕਸ਼ਨ ਮੋਡ ਦੇ ਵਿੱਚ ਹੈ, ਖਾਸ ਤੌਰ ਤੇ ਚਾਈਨਾ ਡੋਰ ਦੇ ਖਿਲਾਫ। ਅੱਗੇ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਛੜਿਆਂ ਨੂੰ ਪੈਨਸ਼ਨ ਮਿਲੇਗੀ। ਹਰਿਆਣਾ ਦੀ ਖਬਰ ਹੈ, ਤੁਸੀਂ ਸੁਣੀ ਹੋਏਗੀ। ਪੂਰੀ ਖਬਰ ਕੀ ਹੈ, ਕਿੰਨੀ ਪੈਨਸ਼ਨ ਕਿਸ ਨੂੰ ਮਿਲੇਗੀ, ਦੱਸਾਂਗੇ ਥੋੜੀ ਦੇਰ ਦੇ ਵਿੱਚ। ਉਧਰ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੇ ਆਦੇਸ਼ ਤੋਂ ਬਾਅਦ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ।
ਤੇ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਨੰਬਰ ਪਲੇਟਸ ਲਗਾਉਣ ਦੇ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਪਰ ਦਿੱਕਤ ਇਹ ਹੈ ਕਿ ਲੋਕਾਂ ਨੂੰ ਨੰਬਰ ਪਲੇਟਸ ਲਗਵਾਉਣ ਦੇ ਲਈ 1 ਤੋਂ 1.5 ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਨਹੀਂ, ਇਹਨਾਂ ਨੇ ਕਿਹਾ ਸੀ ਕਿ ਤੁਹਾਡੀ ਇੰਨੇ 11 ਵਜੇ ਤੁਹਾਨੂੰ ਲਾ ਦਾਂਗੇ ਪਲੇਟ, ਤੁਹਾਡੀ ਨੰਬਰ ਪਲੇਟ ਲੱਗੀ ਨਹੀਂ ਅਜੇ ਤੱਕ ਜੀ ਸਾਡੀ। ਮੈਂ ਹੁਣ ਵੀ ਪੁੱਛੀ 2-3 ਵਾਰੀ ਪੁੱਛਿਆ ਵੀ ਲਾ ਦਿਓ ਪਲੇਟ, ਕਹਿੰਦੇ ਲਾ ਦਿੰਦੇ ਆ। 3 ਗੱਡੀਆਂ ਮੈਂ 3 ਨੰਬਰ ਹੁਣੀ ਭੇਜੇ ਸੀ ਇਹਨਾਂ ਨੂੰ, ਅਪਲਾਈ ਕੀਤੇ ਸੀਗੇ ਤੇ 3 ਹੁਣ ਲੈ ਕੇ ਆ ਜਿਓ। ਮੈਂ ਹੁਣ ਇੱਕ ਗੱਡੀ ਦਾ ਲੈ ਕੇ ਆਉਣਾ ਪਿਆ। ਨੰਬਰ ਪਲੇਟਸ ਲਗਾਉਣ ਦਾ ਠੇਕਾ ਨਿੱਜੀ ਕੰਪਨੀ ਦੇ ਕੋਲ ਹੈ, ਪਰ ਇਸ ਕੰਪਨੀ ਦੇ ਕੋਲ ਨਾ ਮੈਨ ਪਾਵਰ ਹੈ ਤੇ ਨਾ ਹੀ ਪੁਖਤਾ ਪ੍ਰਬੰਧ, ਜਦਕਿ ਕੰਪਨੀ ਮੁਲਾਜ਼ਮਾਂ ਦੇ ਮੁਤਾਬਿਕ ਸਰਕਾਰੀ ਹੁਕਮਾਂ ਤੋਂ ਬਾਅਦ ਰੋਜ਼ਾਨਾ 300 ਤੋਂ 400 ਲੋਕ ਨੰਬਰ ਪਲੇਟਸ ਦੇ ਲਈ ਅਪਲਾਈ ਕਰ ਰਹੇ ਨੇ। ਫੀਸ ਸਾਰੇ ਮਤਲਬ 2 ਵੀਲਰ ਜ਼ਿਆਦਾ ਰਹਿੰਦੇ ਸੀ ਲੱਗਣ ਵਾਲੀਆਂ, 4 ਵੀਲਰ ਤਾਂ ਤਕਰੀਬਨ ਲੱਗ ਹੀ ਗਈਆਂ ਸੀਗੀਆਂ। 2 ਵੀਲਰ ਤਾਂ ਰਾਸ਼ੀ ਤੁਸੀਂ ਵੇਖ ਰਹੇ ਹੋ ਬਾਹਰ ਸਾਰੇ ਜ਼ਿਆਦਾ 2 ਵੀਲਰ ਆ, ਤੇ ਡੇਲੀ ਦੀ ਮੰਨ ਕੇ ਚਲੋ ਵੀ ਮੈਨੂੰ ਲੱਗਦਾ ਵੀ 300 ਤੋਂ 400 ਫੀਸ ਭਰਦੇ ਹੋਣਗੇ ਡੇਲੀ ਦੀ। ਤੇ ਪ੍ਰੈਂਸੀ ਸਾਡੇ ਕੋਲੇ ਬਣਾਉਣ ਵਾਲੀਆਂ ਪਲੇਟਾਂ ਜੀ 1700 ਪੈਂਡਿੰਗ ਪਈਆਂ ਹਲੇ। ਹਾਈ ਸਿਕਿਉਰਿਟੀ ਨੰਬਰ ਪਲੇਟਸ ਲੱਗਣ ਦੇ ਵਿੱਚ ਸਮਾਂ ਲੱਗ ਰਿਹਾ ਹੈ ਤੇ ਨੰਬਰ ਪਲੇਟ ਨਾ ਹੋਣ ਦੇ ਉੱਤੇ 2000 ਤੱਕ ਦਾ ਚਲਾਨ ਹੁੰਦਾ ਹੈ, ਜਿਸ ਕਾਰਨ ਵਿੱਚ ਵਿਚਾਲੇ ਪਿਸ ਰਹੇ ਨੇ ਆਮ ਅਤੇ ਗਰੀਬ ਲੋਕ। ਪਰ ਇਸ ਦੇ ਵਿੱਚ ਪੁਆਇੰਟ ਇਹ ਵੀ ਹੈ ਕਿ ਡੈਡਲਾਈਨ ਨਿਕਲ ਗਈ, ਸਮਾਂ ਦਿੱਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਕਿ ਹਾਈ ਸਿਕਿਉਰਿਟੀ ਨੰਬਰ ਪਲੇਟਸ ਲਗਵਾਓ। ਖੈਰ ਜਦੋਂ ਡੈਡਲਾਈਨ ਨਿਕਲਣ ਤੋਂ ਬਾਅਦ ਕੁਝ ਚੇਤੇ ਆਵੇ ਫਿਰ ਫਰਕ ਤਾਂ ਪੈਂਦਾ। ਉਧਰ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮੁਤਲਕ ਇੱਕ ਵੱਡਾ ਬਿਆਨ ਦਿੱਤਾ। ਆਰਜੇਡੀ ਸੁਪਰੀਮੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹ ਹੋਵੇ ਜੋ ਪ੍ਰਧਾਨ ਮੰਤਰੀ ਨਿਵਾਸ ਦੇ ਵਿੱਚ ਪਤਨੀ ਦੇ ਨਾਲ ਰਹੇ। ਲਾਲੂ ਨੇ ਕਿਹਾ कि पत्नी तो बिना पीएम हाउस दे विच रहना गलत है। पीएम हो जो भी पीएम हो बिना पत्नी का नहीं रहना चाहिए। जी जी प्रधानमंत्री जी तो क्या लगता है सर राहुल गांधी प्रधानमंत्री बिना पत्नी के लोग जो रहते हैं प्रधानमंत्री के कोठे में, ये बहुत गलत है जी। ये खत्म करना चाहिए और जो भी हो वो पत्नी के साथ है। ਲਾਲੂ ਨੂੰ ਸਵਾਲ ਰਾਹੁਲ ਗਾਂਧੀ ਦੇ ਵਿਆਹ ਨੂੰ ਲੈ ਕੇ ਪੁੱਛਿਆ ਗਿਆ ਸੀ, ਜਿਸ ਦਾ ਜਵਾਬ ਦਿੰਦਿਆਂ ਲਾਲੂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ। ਇਸ ਤੋਂ ਪਹਿਲਾਂ ਬੀਤੇ ਦਿਨੀ ਲਾਲੂ ਪ੍ਰਸਾਦ ਯਾਦਵ ਨੇ ਰਾਹੁਲ ਗਾਂਧੀ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਸੀ। बात तो हम लोग का सलाह माने नहीं, ब्याह नहीं किया, शादी कर लेना चाहिए था। और अभी भी समय गया बीता नहीं है, शादी करिए और हम लोग बाराती चले और शादी करिए, बात मानिए। आपकी मम्मी हमको बोलते हाँ एकदम पक्का करना पड़ेगा। मम्मी आपकी बोलती थी कि आप हमारा बात नहीं मानता, शादी करवाइए आप। अच्छा ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਲਾਲੂ ਜਦੋਂ ਪ੍ਰਧਾਨ ਮੰਤਰੀ ਦੇ ਵਿਆਹ ਦੇ ਲਈ ਟਿੱਪਣੀ ਕਰਨ ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵਧਦੇ ਤੇ ਗੱਲ ਪੈਨਸ਼ਨ ਦੀ। ਪੈਨਸ਼ਨ ਜੋ ਮਿਲੇਗੀ ਛੜਿਆਂ ਨੂੰ, ਕਿੱਥੇ? ਹਰਿਆਣਾ ਦੇ ਵਿੱਚ। ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਨਿਵੇਕਲੀ ਪੈਨਸ਼ਨ ਦਾ ਐਲਾਨ ਕੀਤਾ ਤੇ ਇਸ ਐਲਾਨ ਦੇ ਨਾਲ ਖੱਟਰ ਸਰਕਾਰ ਦੇਸ਼ ਦੇ ਵਿੱਚ ਅਜਿਹਾ ਐਲਾਨ ਕਰਨ ਵਾਲੀ ਪਹਿਲੀ ਸਰਕਾਰ ਬਣ ਗਈ। ਹਰਿਆਣਾ ਦੇ ਮੁੱਖ ਮੰਤਰੀ ਨੇ ਛੜਿਆਂ ਤੋਂ ਲੈ ਕੇ ਪਤਨੀ ਦੀ ਮੌਤ ਦਾ ਸੰਤਾਪ ਚੱਲ ਰਹੇ ਪਤੀਆਂ ਨੂੰ ਵੀ ਸਰਕਾਰੀ ਪੈਨਸ਼ਨ ਦਾ ਲਾਹਾ ਦੇਣ ਦਾ ਐਲਾਨ ਕਰ ਦਿੱਤਾ ਹੈ। चाहे महिला हो चाहे पुरुष हो, 45 साल से लेकर 60 साल तक, यानी एज सुन एज an अनमैरिड पर्सन बिकम्स 45, उसके बाद मंथली पेंशन का 2750 रुपया वर्तमान में वो भी हकदार हो जाएगा, बशर्ते कि उसकी इनकम 1,80,000 रुपये तक ही है। ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਨੂੰ ਪੈਨਸ਼ਨ 2750 ਰੁਪਏ ਹਰ ਮਹੀਨੇ ਮਿਲੇਗੀ, ਜਦਕਿ ਉਹਨਾਂ ਦੀ ਉਮਰ 45 ਤੋਂ 60 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ। ਸ਼ਰਤ ਇਹ ਵੀ ਹੈ ਕਿ ਸਾਲਾਨਾ ਆਮਦਨ 1,80,000 ਰੁਪਏ ਤੋਂ ਘੱਟ ਹੋਵੇ। ਇਸ ਦੇ ਨਾਲ ਹੀ ਪਤਨੀ ਦੀ ਮੌਤ ਹੋਣ ਤੇ ਇਕੱਲੇ ਰਹਿ ਗਏ ਪਤੀ ਨੂੰ ਵੀ ਪੈਨਸ਼ਨ 2750 ਰੁਪਏ ਹਰ ਮਹੀਨੇ ਮਿਲੇਗੀ। ਇਸ ਦੇ ਲਈ ਉਮਰ ਹੱਦ 40 ਤੋਂ 60 ਸਾਲ ਹੈ, ਜਦਕਿ ਸ਼ਰਤ ਹੈ ਕਿ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ। ਤਾਂ ਹਰਿਆਣਾ ਸਰਕਾਰ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਬਾਰੇ ਵੀ ਸੋਚਿਆ, ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ 2750 ਰੁਪਏ ਹਰ ਮਹੀਨੇ। ਅੱਗੇ ਵਧਦੇ ਹਾਂ 6 ਜੁਲਾਈ ਦਾ ਇਤਿਹਾਸ ਕੀ ਕੁਝ ਕਹਿੰਦਾ, ਹੁਣ ਜ਼ਿਕਰ ਉਸਦਾ ਹੋਏਗਾ। 6 ਜੁਲਾਈ ਦਾ ਇਤਿਹਾਸ 6 ਜੁਲਾਈ ਨੂੰ ਮਨਾਇਆ ਜਾਂਦਾ ਹੈ ਕੌਮਾਂਤਰੀ ਜ਼ੂਨੋਜ਼ ਦਿਵਸ। ਵਰਲਡ ਜ਼ੂਨੋਜ਼ ਦਿਵਸ
6 ਜੁਲਾਈ ਦੇ ਦਿਨ ਹੀ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 6 ਜੁਲਾਈ 1885 ਨੂੰ ਹੋਈ ਸੀ, ਜਦੋਂ ਲੂਈ ਪਾਸਟਰ ਨੇ ਰੇਬੀਜ਼ ਵਾਇਰਸ ਦੇ ਖਿਲਾਫ ਪਹਿਲੇ ਟੀਕੇ ਦਾ ਕਾਮਯਾਬੀ ਦੇ ਨਾਲ ਪਰੀਖਣ ਕੀਤਾ ਸੀ। ਰੇਬੀਜ਼ ਇੱਕ ਜ਼ੂਨੋਟਿਕ ਬਿਮਾਰੀ ਹੈ। ਸਮਝਾਉਂਦੇ ਹਾਂ ਤੁਹਾਨੂੰ ਪੂਰਾ ਕੀ ਹੈ ਇਹ। ਅੱਜ ਦਾ ਦਿਨ ਯਾਨੀ ਕਿ 6 ਜੁਲਾਈ ਦਾ ਦਿਨ ਜ਼ੂਨੋਟਿਕ ਰੋਗ ਯਾਨੀ ਕਿ ਅਜਿਹੀਆਂ ਬਿਮਾਰੀਆਂ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮਨਾਇਆ ਜਾਂਦਾ ਹੈ, ਜੋ ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਫੈਲਦੀ ਹੈ। ਜ਼ੂਨੋਜ਼ ਇੱਕ ਇਨਫੈਕਸ਼ਨ ਵਾਲਾ ਰੋਗ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲਦਾ ਹੈ। ਜ਼ੂਨੋਟਿਕ ਬਿਮਾਰੀਆਂ ਦੇ ਕੁਝ ਉਦਾਹਰਨ ਨੇ ਕਿ ਕਿਹੜੀਆਂ ਬਿਮਾਰੀਆਂ ਇਸ ਤਰੀਕੇ ਦੀਆਂ ਹੁੰਦੀਆਂ, ਜਿਵੇਂ ਤੁਸੀਂ ਸੁਣਿਆ ਹੋਵੇਗਾ ਇਬੋਲਾ ਵਾਇਰਸ, ਸਵਾਈਨ ਫਲੂ ਵਾਇਰਸ, ਐਨਸੇਫਲਾਈਟਿਸ ਵਾਇਰਸ, ਕੋਵਿਡ-19 ਜਿਸ ਦਾ ਅਸੀਂ ਕਰੋਨਾ ਦਾ ਬਹੁਤ ਜ਼ਿਕਰ ਕੀਤਾ। ਇਹ ਸਾਰੀਆਂ ਬਿਮਾਰੀਆਂ ਜੋ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲਦੀਆਂ ਨੇ। WHO ਦੇ ਮੁਤਾਬਿਕ ਦੁਨੀਆ ਭਰ ਦੇ ਵਿੱਚ ਇਹਨਾਂ ਬਿਮਾਰੀਆਂ ਦੇ ਨਾਲ 1 ਬਿਲੀਅਨ ਮਾਮਲੇ ਤੇ ਲੱਖਾਂ ਮੌਤਾਂ ਹਰ ਸਾਲ ਹੁੰਦੀਆਂ।